ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਇਲੈਕਸ਼ਨਾਂ, ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ 27 ਤਰੀਕ ਨੂੰ ਵੋਟਾਂ ਪੈ ਰਹੀਆਂ ਨੇ, ਉਸ ਸੰਬੰਧ ਵਿੱਚ ਪੰਥਕ ਏਕਤਾ ਮੋਰਚਾ, ਜਿਹੜਾ ਕਿ ਕੁਝ ਧਾਰਮਿਕ ਜਥੇਬੰਦੀਆਂ ਸੰਸਥਾਵਾਂ ਦਾ ਇੱਕ ਸਮੂਹ ਹੈ, ਉਸ ਦੇ ਰਾਹੀਂ ਅਸੀਂ ਆਪਣੇ ਜੋ ਕੈਂਡੀਡੇਟ ਖੜੇ ਕੀਤੇ ਨੇ ਪੰਥਕ ਏਕਤਾ ਮੋਰਚਾ ਦੀ ਤਰਫੋਂ, ਔਰ ਜੋ ਅਸੀਂ ਮੈਨੀਫੈਸਟੋ ਆਪਣਾ ਤਿਆਰ ਕੀਤਾ ਹੈ ਇਹਨਾਂ ਗੁਰਦੁਆਰਾ ਇਲੈਕਸ਼ਨਾਂ ਵਿੱਚ, ਚੋਣਾਂ ਵਿੱਚ, ਜੋ ਅਸੀਂ ਰਿਲੀਜ਼ ਅੱਜ ਕਰਨ ਜਾ ਰਹੇ ਹਾਂ, ਕੁਝ ਮੂਲ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਅਸੀਂ ਇਹ ਆਪਣਾ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ। ਸਾਡੀ ਕਮੇਟੀ ਅਗਰ ਹੋਂਦ ਵਿੱਚ ਆਉਂਦੀ ਹੈ, ਜਾਂ ਕਿਸੇ ਦੇ ਸਹਿਯੋਗ ਨਾਲ ਅਸੀਂ ਕਮੇਟੀ ਫਾਰਮ ਕਰਦੇ ਹਾਂ, ਤੇ ਸਾਡਾ ਇਹ ਚੋਣ ਮੈਨੀਫੈਸਟੋ ਜਿਹੜਾ ਹੈ ਉਹ ਅਸੀਂ ਪੂਰਨ ਤੌਰ 'ਤੇ ਲਾਗੂ ਕਰਾਂਗੇ। ਚੋਣ ਮੈਨੀਫੈਸਟੋ ਵਿੱਚ ਜਿਤਨੇ ਵੀ ਅਸੀਂ ਪੁਆਇੰਟ ਰੱਖੇ ਨੇ, ਖਾਸ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ, ਜੋ ਸਾਡੇ ਗ੍ਰੰਥੀ ਰਾਗੀ ਸ਼੍ਰੇਣੀ ਹੈ, ਸੇਵਾਦਾਰ, ਉਹਨਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ, ਅਤੇ ਹੋਰ ਵੀ ਜਿਹੜੇ ਅਸੀਂ ਫੈਸਲੇ ਲਏ ਨੇ, ਜੋ ਸਟੇਜਾਂ ਦੀ ਦੁਰਵਰਤੋਂ ਹੁੰਦੀ ਹੈ, VIP ਲੋਕਾਂ ਨੂੰ ਜੋ ਸਨਮਾਨਿਤ ਕੀਤਾ ਜਾਂਦਾ, ਉਸ ਸੰਬੰਧ ਵਿੱਚ ਅਸੀਂ ਕੁਝ ਫੈਸਲੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਏ ਨੇ, ਜਿਹੜੇ ਕਿ ਸਾਡੇ ਜਥੇਬੰਦੀ ਦੇ ਸਾਡੇ ਸਹਿਯੋਗੀ ਸਰਦਾਰ ਗੁਰਮੀਤ ਸਿੰਘ ਜੀ ਉਹ ਚੋਣ ਮੈਨੀਫੈਸਟੋ ਜੋ ਹੈ ਉਹ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾਉਣਗੇ, ਔਰ ਉਹ ਅੱਜ ਅਸੀਂ ਜਿਹੜਾ ਰਿਲੀਜ਼ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥਕ ਏਕਤਾ ਮੋਰਚਾ ਜੰਮੂ ਕਸ਼ਮੀਰ ਵੱਲੋਂ ਜੋ ਸਾਡੇ ਦੋ ਕੈਂਡੀਡੇਟ, ਇੱਕ ਗੁਰੂ ਨਾਨਕ ਨਗਰ ਤੋਂ ਸਰਦਾਰ ਜਗਪਾਲ ਸਿੰਘ ਜੀ ਅਤੇ ਸਿੰਬਲ ਕੈਂਪ ਤੋਂ ਦਸੋਪੁਰ ਤੋਂ ਸਰਦਾਰ ਦਵਿੰਦਰਪਾਲ ਸਿੰਘ ਜੀ ਇਹ ਇਲੈਕਸ਼ਨ ਦੇ ਵਿੱਚ ਉਤਾਰੇ ਗਏ ਨੇ। ਸੋ ਉਸ ਸਬੰਧ ਦੇ ਵਿੱਚ ਅੱਜ ਜੋ ਚੋਣ ਮੈਨੀਫੈਸਟੋ ਪੰਥਕ ਏਕਤਾ ਮੋਰਚੇ ਵੱਲੋਂ ਜਾਰੀ ਕੀਤਾ ਗਿਆ ਹੈ, ਉਹ ਮੈਂ ਆਪ ਸੰਗਤਾਂ ਦੇ ਸਾਹਮਣੇ ਰੱਖ ਰਿਹਾ, ਔਰ ਜਿਸ ਚੋਣ ਮੈਨੀਫੈਸਟੋ ਦੇ ਉੱਪਰ ਸਾਡੇ ਇਹ ਜੋ ਕੈਂਡੀਡੇਟ ਨੇ ਇਹ ਅਗਰ ਜਿੱਤਦੇ ਨੇ ਤੇ ਇਸ ਦੇ ਉੱਤੇ ਆਪਣੀ ਵਚਨਬੱਧਤਾ ਜਿਹੜੀ ਹੈ ਉਹ ਕਾਇਮ ਰੱਖਣਗੇ। ਗੁਰਦੁਆਰਾ ਪ੍ਰਬੰਧੀਆਂ ਚੋਣਾਂ ਦਾ ਇਕਰਾਰਨਾਮਾ ਵਚਨਬੱਧਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਮੂ ਕਸ਼ਮੀਰ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਹੀਆਂ ਹਨ, ਉਹਨਾਂ ਵਿੱਚ ਪੰਥਕ ਏਕਤਾ ਮੋਰਚਾ ਜੰਮੂ ਕਸ਼ਮੀਰ, ਜੋ ਬਹੁਤ ਸਾਰੀਆਂ ਪੰਥਕ ਸੋਚ ਰੱਖਣ ਵਾਲੀਆਂ ਸੰਸਥਾਵਾਂ ਦਾ ਸਮੂਹ ਸੰਗਠਨ ਹੈ, ਜਿੱਥੇ ਸਰਗਰਮੀ ਦੇ ਨਾਲ ਇਹਨਾਂ ਚੋਣਾਂ ਵਿੱਚ ਆ ਭਾਗ ਲਏਗਾ, ਉੱਥੇ ਪੰਥਕ ਸੋਚ ਰੱਖਣ ਵਾਲੇ ਹੋਰ ਗੁਰਸਿੱਖ ਵਿਅਕਤੀਆਂ ਦਾ ਵੀ ਸਾਥ ਦੇਵੇਗਾ, ਜੋ ਨਿੱਜੀ ਤੌਰ ਤੇ ਇਹਨਾਂ ਚੋਣਾਂ ਵਿੱਚ ਭਾਗ ਲੈਣਗੇ। ਪੰਥਕ ਏਕਤਾ ਮੋਰਚਾ ਜੰਮੂ ਕਸ਼ਮੀਰ ਵੱਲੋਂ ਉਕਤ ਚੋਣਾਂ ਵਿੱਚ ਭਾਗ ਲੈਣ ਲਈ ਹੇਠ ਲਿਖਲ ਵਚਨਬੱਧਤਾ ਤਿਆਰ ਕੀਤੀ ਗਈ ਹੈ, ਜੋ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਨੰਬਰ 1, ਪੰਥਕ ਏਕਤਾ ਮੋਰਚਾ ਜੰਮੂ ਕਸ਼ਮੀਰ ਵੱਲੋਂ ਇਹਨਾਂ ਚੋਣਾਂ ਵਿੱਚ ਖੜੇ ਕੀਤੇ ਜਾਣ ਵਾਲੇ ਸਾਰੇ ਉਮੀਦਵਾਰ ਅੰਮ੍ਰਿਤਧਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਾ ਇਹਨਾਂ ਉਮੀਦਵਾਰਾਂ ਦਾ ਮੁੱਖ ਨਿਸ਼ਾਨਾ ਹੋਏਗਾ, ਜਿਸ ਵਾਸਤੇ ਯੋਗ ਯਤਨ ਆਰੰਭੇ ਜਾਣਗੇ। ਨੰਬਰ 2, ਮੂਲ ਨਾਨਕਸ਼ਾਹੀ ਕੈਲੰਡਰ 2003 ਸਿੱਖ ਕੌਮ ਦੀ ਵੱਖਰੀ ਹੋਣ ਦਾ ਇੱਕ ਬਹੁਤ ਵੱਡਾ ਪ੍ਰਤੀਕ ਹੈ ਅਤੇ ਵਿਪਰਵਾਦ ਦੇ ਡੂੰਘੇ ਸਮੁੰਦਰ ਵਿੱਚ ਕੌਮ ਨੂੰ ਡੁੱਬਣ ਤੋਂ ਬਚਾਉਣ ਦਾ ਇੱਕ ਆਦੇਸ਼ ਹੈ। ਆਉਣ ਵਾਲੀਆਂ ਚੋਣਾਂ ਵਿੱਚ ਜੇਕਰ ਜੰਮੂ ਦੇ ਵੱਖ-ਵੱਖ ਇਲਾਕਿਆਂ ਦੀ ਸੰਗਤ ਪੰਥਕ ਏਕਤਾ ਮੋਰਚਾ ਦੇ ਉਮੀਦਵਾਰਾਂ ਨੂੰ ਜਿਤਾ ਕੇ
ਗੁਰਦੁਆਰਿਆਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਦੀ ਹੈ ਤਾਂ ਸਿੱਖ ਕੌਮ ਦੇ ਅਡਰੇਪਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਤਾਂ ਜੋ ਸਿੱਖ ਕੌਮ ਦੀ ਆਉਣ ਵਾਲੀ ਪਨੀਰੀ ਵੀ ਇਸ ਪ੍ਰਤੀ ਜਾਗਰੂਕ ਹੋ ਸਕੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਮੁੱਦੇ ਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਨੰਬਰ 3, ਪੰਥਕ ਏਕਤਾ ਮੋਰਚਾ ਜੰਮੂ ਕਸ਼ਮੀਰ ਦੇ ਚੁਣੇ ਗਏ ਉਮੀਦਵਾਰਾਂ ਦੀ ਸਹਿਮਤੀ ਨਾਲ ਜੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ ਤਾਂ ਆਉਣ ਵਾਲੀ ਸਿੱਖ ਪਨੀਰੀ ਨੂੰ ਗੁਰਮਤ ਨਾਲ ਜੋੜਨ ਲਈ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਵਿੱਚ ਪੰਜਾਬੀ ਦੀਆਂ ਕਲਾਸਾਂ, ਪਾਠ ਸੰਥਿਆ ਦੀਆਂ ਕਲਾਸਾਂ, ਕੀਰਤਨ ਅਤੇ ਤਬਲਾ ਸਿਖਲਾਈ ਦੀਆਂ ਕਲਾਸਾਂ ਅਤੇ ਸਿੱਖ ਰਵਾਇਤੀ ਮਾਰਸ਼ਲ ਗੇਮ ਵਿੱਚ ਗੱਤਕਾ ਸਿਖਲਾਈ, ਤਲਵਾਰਬਾਜ਼ੀ ਆਦਿ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਨੰਬਰ 4, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਣ ਵਾਲੇ ਗੁਰੂ ਘਰਾਂ ਦੇ ਗ੍ਰੰਥੀ, ਰਾਗੀ, ਸੇਵਾਦਾਰਾਂ ਦੀਆਂ ਤਨਖਾਹਾਂ ਵਿੱਚ ਮੌਜੂਦਾ ਮਹਿੰਗਾਈ ਨੂੰ ਵੇਖਦੇ ਹੋਏ ਯੋਗ ਵਾਧਾ ਕਰਨ ਦਾ ਯਤਨ ਕੀਤਾ ਜਾਏਗਾ ਅਤੇ ਸਾਰੇ ਮੁਲਾਜ਼ਮਾਂ ਦਾ ਸਿਹਤ ਬੀਮਾ, ਹੈਲਥ ਇੰਸ਼ੋਰੈਂਸ ਕਰਾਉਣ ਦਾ ਵੀ ਪ੍ਰਬੰਧ ਕੀਤਾ ਜਾਏਗਾ। ਜਿਹੜੇ ਗ੍ਰੰਥੀ, ਰਾਗੀ ਅਤੇ ਸੇਵਾਦਾਰ ਉਹਨਾਂ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਨਿਭਾ ਰਹੇ ਹਨ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧ ਹੇਠ ਨਹੀਂ ਵੀ ਹਨ, ਉਹਨਾਂ ਦੀ ਵੀ ਮਾਲੀ ਹਾਲਤ ਨੂੰ ਉੱਚਾ ਚੁੱਕਣ ਲਈ ਲੋਕਲ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਯੋਗ ਪ੍ਰਬੰਧ ਕੀਤਾ ਜਾਏਗਾ। ਨੰਬਰ 5, ਜ਼ਰੂਰਤਮੰਦ ਸਿੱਖ ਪਰਿਵਾਰਾਂ ਦੇ ਬੱਚਿਆਂ ਜਿਨ੍ਹਾਂ ਕੋਲ ਯੋਗ ਕਮਾਈ ਦਾ ਕੋਈ ਸਾਧਨ ਨਹੀਂ, ਉਹਨਾਂ ਦਾ ਵਿਦਿਅਕ ਮਿਆਰ ਉੱਚਾ ਚੁੱਕਣ ਲਈ ਪੜ੍ਹਾਈ ਵਾਸਤੇ ਮਾਇਕ ਸਹਾਇਤਾ ਕੀਤੀ ਜਾਏਗੀ। ਨੰਬਰ 6, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਵਿੱਚ ਇੱਕ ਸੈਂਟਰਲ ਸਿੱਖ ਰੈਫਰੈਂਸ ਲਾਇਬ੍ਰੇਰੀ ਸਥਾਪਿਤ ਕੀਤੀ ਜਾਏਗੀ ਜਿਸ ਵਿੱਚ ਸਿੱਖ ਇਤਿਹਾਸਕ ਪੁਸਤਕਾਂ, ਬਹੁਮੁੱਲਾ ਸਿੱਖ ਸਾਹਿਤ, ਗੁਰਬਾਣੀ ਸੰਚੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਪਣ, ਮਹਾਨ ਕੋਸ਼, ਗੁਰਮਤਿ ਮਾਰਤੰਡ ਆਦਿ ਹੋਰ ਕੀਮਤੀ ਸਿੱਖ ਫਲਸਫਾ ਰੱਖਿਆ ਜਾਵੇਗਾ। ਇਸ ਦੀ ਮੈਂਬਰਸ਼ਿਪ ਵੀ ਕੀਤੀ ਜਾਵੇਗੀ ਤਾਂ ਜੋ ਸਿੱਖ ਸਮਾਜ ਨਾਲ ਜੁੜੇ ਹੋਏ ਲੋਕੀ ਇਸ ਦੇ ਮੈਂਬਰ ਬਣ ਕੇ ਸਾਹਿਤਕ ਲਾਹਾ ਲੈ ਸਕਣ ਅਤੇ ਆਪਣੇ ਵਡਮੁੱਲੇ ਇਤਿਹਾਸ ਤੋਂ ਜਾਣੂ ਹੋ ਸਕਣ। ਇਸ ਦੇ ਨਾਲ ਇਹ ਵੀ ਯਤਨ ਕੀਤਾ ਜਾਏਗਾ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧ ਹੇਠ ਆਉਣ ਵਾਲੇ ਹਰ ਗੁਰਦੁਆਰਾ ਸਾਹਿਬ ਨਾਲ ਇੱਕ ਲਾਇਬ੍ਰੇਰੀ ਕਾਇਮ ਕੀਤੀ ਜਾਏ। ਨੰਬਰ 7, ਸਿੱਖ ਨੌਜਵਾਨ ਬੱਚਿਆਂ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਲਈ ਸਾਲ ਵਿੱਚ ਇੱਕ ਵੱਡਾ ਸੈਮੀਨਾਰ ਕਰਵਾ ਕੇ ਅਤੇ ਕੁਇਜ਼ ਮੁਕਾਬਲਿਆਂ ਰਾਹੀਂ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਨੰਬਰ 8, ਸਿੱਖ ਨੌਜਵਾਨ ਵੀਰਾਂ ਭੈਣਾਂ ਨਾਲ ਪੂਰੀ ਨੇੜਤਾ ਬਣਾ ਕੇ ਉਹਨਾਂ ਦੇ ਸਹਿਯੋਗ ਨਾਲ ਜੰਮੂ ਕਸ਼ਮੀਰ ਦੇ ਅੰਦਰ ਸਾਰੇ ਧਾਰਮਿਕ ਕਾਰਜ ਕੀਤੇ ਜਾਣਗੇ ਜੋ ਆਉਣ ਵਾਲੀ ਸਿੱਖ ਪਨੀਰੀ ਨੂੰ ਧਰਮ ਵੱਲ ਪ੍ਰੇਰਿਤ ਕਰਨ ਲਈ ਇੱਕ ਮਾਰਗਦਰਸ਼ਨ ਹੋਵੇਗਾ। ਸਿੱਖ ਨੌਜਵਾਨ ਵੀਰਾਂ ਅਤੇ ਭੈਣਾਂ ਦਾ ਇੱਕ ਵੱਖਰਾ ਵਿੰਗ ਤਿਆਰ ਕਰਕੇ ਉਹਨਾਂ ਨੂੰ ਧਾਰਮਿਕ, ਸਮਾਜਿਕ ਖੇਤਰ ਵਿੱਚ ਕੌਮੀ ਪੱਧਰ ਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਨੰਬਰ 9, ਸਿੱਖ ਨੌਜਵਾਨ ਵੀਰ ਭੈਣਾਂ ਨੂੰ ਤਕਨੀਕੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਉਹ ਆਸਾਨੀ ਨਾਲ ਆਪਣਾ ਰੋਜ਼ਗਾਰ ਹਾਸਲ ਕਰ ਸਕਣ। ਨੰਬਰ 10, ਅਜੋਕੇ ਸਮੇਂ ਵਿੱਚ ਕਿਸੇ ਵੀ ਸਰਕਾਰ ਦੀਆਂ ਸਿੱਖਾਂ ਪ੍ਰਤੀ ਵਿਤਕਰੇ ਦੀਆਂ ਨੀਤੀਆਂ ਨੂੰ ਸਾਫ਼ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਹੈ ਤੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਹੱਕ ਸਿੱਖਾਂ ਨੂੰ ਨਹੀਂ ਦਿੱਤੇ ਜਾਂਦੇ ਜਿਨ੍ਹਾਂ ਦੇ ਉਹ ਕਾਨੂੰਨੀ ਤੌਰ ਤੇ ਹੱਕਦਾਰ ਹਨ। ਸਰਕਾਰਾਂ ਦੀਆਂ ਇਹਨਾਂ ਗਲਤ ਨੀਤੀਆਂ ਕਾਰਨ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੀਆਂ ਅੱਜ ਵੱਡੇ ਪੱਧਰ ਤੇ ਬੇਰੁਜ਼ਗਾਰੀ ਦੀ ਮਾਰ ਸਹਿ ਰਹੇ ਹਨ। ਇਸ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਸਾਡੇ ਨੌਜਵਾਨ ਬੱਚੀਆਂ ਅੱਜ ਲੱਖਾਂ ਰੁਪਏ ਲੋਨ ਚੁੱਕ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਮਜਬੂਰ ਹੋ ਚੁੱਕੇ ਹਨ ਜਿੱਥੇ ਉਹ ਆਪਣੀ ਪੜ੍ਹਾਈ ਦੇ ਨਾਲ ਹਰ ਰੋਜ਼ 10-12 ਘੰਟੇ ਸਖਤ ਮਿਹਨਤ ਕਰ ਰਹੇ ਹਨ। ਇੱਥੇ ਰੋਜ਼ਗਾਰ ਦੇ ਸਾਧਨ ਨਾ ਹੋਣ ਕਰਕੇ ਸਿੱਖ ਨੌਜਵਾਨ ਬੱਚੀਆਂ ਦਾ ਬਾਹਰਲੇ ਮੁਲਕਾਂ ਵੱਲ ਇਸ ਤਰ੍ਹਾਂ ਦਾ ਪਲਾਇਨ ਸਾਡੇ ਬਜ਼ੁਰਗਾਂ ਲਈ ਬਹੁਤ ਵੱਡਾ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਪਿੱਛੇ ਉਹਨਾਂ ਦੀ ਇੱਥੇ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਨੌਜਵਾਨ ਸਿੱਖ ਬੱਚੀਆਂ ਦਾ ਬਾਹਰਲੇ ਮੁਲਕਾਂ ਵੱਲ ਪਲਾਇਨ ਭਾਰਤ ਵਿੱਚ ਸਾਡੀ ਗਿਣਤੀ ਨੂੰ ਦਿਨ ਪ੍ਰਤੀ ਦਿਨ ਘਟਾ ਰਿਹਾ ਹੈ ਜੋ ਕੌਮ ਲਈ ਘਾਤਕ ਸਿੱਧ ਹੋ ਸਕਦਾ ਹੈ। ਕੌਮੀ ਪੱਧਰ ਤੇ ਇਸ ਦਰਪੇਸ਼ ਮੁਸ਼ਕਲ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਸਿੱਖ ਸਮਾਜ ਦੀ ਆਰਥਿਕ ਨੀਤੀ ਵਿੱਚ ਸੁਧਾਰ ਲਿਆਇਆ ਜਾਏ ਅਤੇ ਨੌਜਵਾਨ ਬੱਚੀਆਂ ਲਈ ਆਪਣੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ। ਸਿੱਖ ਸੰਗਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਸੈਮੀਨਾਰ ਕੀਤੇ ਜਾਣਗੇ ਤਾਂ ਜੋ ਆਪਣੇ ਸਮਾਜਿਕ ਕਾਰਜਾਂ ਵਿੱਚ ਫਜ਼ੂਲ ਦੇ ਅਡੰਬਰਾਂ ਵਿੱਚ ਵਾਧੂ ਦਾ ਧਨ ਨਾ ਖਰਚਿਆ ਜਾਵੇ ਅਤੇ ਉਸ ਧਨ ਦੀ ਯੋਗ ਵਰਤੋਂ ਕਰਕੇ ਆਪਣੇ ਬੱਚਿਆਂ ਲਈ ਸੈਲਫ ਐਪਲਾਈਮੈਂਟ
ਅਤੇ ਆਪਣੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਬਾਹਰਲੇ ਮੁਲਕਾਂ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚ ਸਕਣ, ਇੱਥੇ ਹੀ ਆਪਣਾ ਰੋਜ਼ਗਾਰ ਕਰਨ ਅਤੇ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਸਕਣ। ਇਸ ਤਰੀਕੇ ਨਾਲ ਆਪਣੇ ਸਮਾਜਿਕ ਕਾਰਜਾਂ ਵਿੱਚ ਫਜ਼ੂਲ ਦੇ ਅਡੰਬਰਾਂ ਵਿੱਚ ਵਾਧੂ ਪੈਸਾ ਨਾ ਖਰਚ ਕਰਕੇ ਸਿੱਖ ਸਮਾਜ ਦੀ ਆਰਥਿਕ ਨੀਤੀ ਨੂੰ ਵੀ ਮਜ਼ਬੂਤ ਹੋ ਸਕਦੀ ਹੈ ਅਤੇ ਉਹਨਾਂ ਪਰਿਵਾਰਾਂ ਦੀ ਬਾਂਹ ਫੜੀ ਜਾ ਸਕਦੀ ਹੈ ਜਿਨ੍ਹਾਂ ਕੋਲ ਕਮਾਈ ਦੇ ਯੋਗ ਸਾਧਨ ਨਹੀਂ ਹਨ। ਨੰਬਰ 11, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਣ ਵਾਲੇ ਗੁਰਦੁਆਰਾ ਸਾਹਿਬਾਨ ਦੇ ਸਾਂਝੇ ਅਕਾਊਂਟ ਦਾ ਚਿੱਠਾ ਸਾਲ ਵਿੱਚ ਇੱਕ ਵਾਰ ਆਡਿਟ ਕਰਵਾ ਕੇ ਗੁਰਪੁਰਬਾਂ ਦੇ ਮੌਕੇ ਸਮੁੱਚੀ ਸੰਗਤ ਵਿੱਚ ਐਲਾਨਿਆ ਜਾਵੇਗਾ, ਕਿਉਂਕਿ ਗੁਰੂ ਦੀ ਗੋਲਕ ਦੀ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ। ਨੰਬਰ 12, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਨਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਵਿੱਚ ਕਿਸੇ ਵੀ ਗੈਰ ਸਿੱਖ ਸਰਕਾਰੀ ਅਧਿਕਾਰੀ ਜਾਂ ਰਾਜਨੀਤਿਕ ਆਗੂ ਨੂੰ ਸਟੇਜ ਤੋਂ ਸਿਰੋਂ ਪਾਓ ਨਹੀਂ ਭੇਟ ਕੀਤਾ ਜਾਏਗਾ। ਨੰਬਰ 13, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖੇ ਗਏ ਕਿਸੇ ਵੀ ਵੱਡੇ ਪੱਧਰ ਦੇ ਸਮਾਗਮ ਗੁਰਪੁਰਬਾਂ ਸਮੇਂ ਕਿਸੇ ਵੀ ਸਟੇਜ ਤੋਂ ਕੌਮ ਦੇ ਧਾਰਮਿਕ ਜਾਂ ਸਿਆਸੀ ਮਸਲਿਆਂ ਪ੍ਰਤੀ ਸਰਕਾਰ ਨੂੰ ਸੁਚੇਤ ਕਰਨ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਕੋਈ ਵੀ ਮੰਗ ਪੱਤਰ ਰੈਜ਼ੋਲੂਸ਼ਨ ਨਹੀਂ ਪੜ੍ਹਿਆ ਜਾਏਗਾ ਅਤੇ ਸੰਗਤ ਵਿੱਚ ਕੇਵਲ ਗੁਰਮਤਾ ਕੀਤਾ ਜਾਵੇਗਾ। ਇਹਨਾਂ ਮਸਲਿਆਂ ਨੂੰ ਉਠਾਉਣ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਸੰਬੰਧਿਤ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਜਾਂ ਮੈਮੋਰੰਡਮ ਦੇਣ ਦਾ ਤਰੀਕਾ ਅਪਣਾਇਆ ਜਾਵੇਗਾ। ਕੌਮੀ ਮੁੱਦਿਆਂ ਨੂੰ ਬੁਲੰਦ ਕਰਨ ਲਈ ਪ੍ਰੈਸ ਦਾ ਸਹਾਰਾ ਲਿਆ ਜਾਵੇਗਾ ਜੋ ਸਾਡਾ ਸੰਵਿਧਾਨਿਕ ਹੱਕ ਹੈ। ਨੰਬਰ 14, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪੰਥ ਪ੍ਰਵਾਨਿਤ ਸਿਖਰੈਤ ਮਰਿਆਦਾ ਹਰ ਗੁਰਦੁਆਰਾ ਸਾਹਿਬਾਨ ਵਿੱਚ ਲਾਗੂ ਕੀਤੀ ਜਾਵੇਗੀ। ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਇਸ ਮਰਿਆਦਾ ਨੂੰ ਲਾਗੂ ਨਾ ਕਰਨ ਵਿੱਚ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਜਿਸ ਲਈ ਉਹ ਆਪ ਦੋਸ਼ੀ ਹੋਵੇਗਾ। ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਸ਼ਿਕਾਇਤ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਤੇ ਕੀਤੀ ਜਾ ਸਕਦੀ ਹੈ। ਨੰਬਰ 15, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਣ ਵਾਲੇ ਅਤੇ ਜੰਮੂ ਸ਼ਹਿਰ ਜਾਂ ਇਸ ਨਾਲ ਲੱਗਦੇ ਕਿਸੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਸਿੱਖ ਬੱਚੇ ਬੱਚੀ ਦਾ ਆਨੰਦ ਕਾਰਜ ਗੈਰ ਸਿੱਖ ਨਾਲ ਕਰਾਉਣ ਦੀ ਸਖਤ ਮਨਾਹੀ ਹੋਵੇਗੀ, ਜਿਸ ਪ੍ਰਤੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਵੀ ਸਖਤ ਮਨਾਹੀ ਹੈ। ਨੰਬਰ 16, ਪੰਜਾਬੀ ਭਾਸ਼ਾ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਵਾਉਣ ਲਈ ਜਦੋਜਹਿਦ ਕੀਤੀ ਜਾਵੇਗੀ। ਨੰਬਰ 17, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਪ੍ਰਬੰਧ ਹੇਠ ਆਉਣ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਉਹਨਾਂ ਦੇ ਨਾਲ ਲੱਗਣ ਵਾਲੀ ਜ਼ਮੀਨ ਜਾਇਦਾਦ ਦਾ ਪੂਰਾ ਵੇਰਵਾ ਜੰਮੂ ਦੀ ਸਿੱਖ ਸੰਗਤ ਦੇ ਸਾਹਮਣੇ ਰੱਖਿਆ ਜਾਏਗਾ। ਨੰਬਰ 18, ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਸਿੱਖ ਕੌਮ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਚੁਣੌਤੀਆਂ ਦੇ ਹੱਲ ਲੱਭਣ ਤੇ ਉਸਾਰੂ ਯਤਨ ਆਰੰਭੇ ਜਾਣਗੇ। ਇਸ ਸਭ ਲਈ ਸਿੱਖ ਸੰਗਤਾਂ ਦਾ ਪੂਰਨ ਸਹਿਯੋਗ ਸਾਨੂੰ ਚਾਹੀਦਾ ਹੋਵੇਗਾ। ਇਹ ਪੰਥਕ ਏਕਤਾ ਮੋਰਚਾ ਵੱਲੋਂ ਜੋ ਇਕਰਾਰਨਾਮਾ ਵਚਨਬੱਧਤਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਉਸ ਤੇ ਇਹ 18 ਪੁਆਇੰਟ ਸਨ ਜੋ ਦਾਸ ਨੇ ਆਪ ਸਾਰੀਆਂ ਹੀ ਸੰਗਤਾਂ ਦੇ ਸਾਹਮਣੇ ਰੱਖੇ ਨੇ ਅਤੇ ਸਾਡੇ ਦੋ ਕੈਂਡੀਡੇਟ ਵੀਰ ਜਗਪਾਲ ਸਿੰਘ ਜੀ ਗੁਰੂ ਨਾਨਕ ਨਗਰ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਜੋ ਹੈ ਉਹ ਕੰਪਿਊਟਰ ਹੈ ਤੇ ਵੀਰ ਦਵਿੰਦਰਪਾਲ ਸਿੰਘ ਜੀ ਦਰਸੋਪੁਰ ਸਿੰਬਲ ਹਲਕੇ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਲੀਕਾਪਟਰ ਹੈ। ਸੋ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਇਹ ਵੀ ਆਪਣੇ ਵਿਚਾਰ ਆਪ ਜੀ ਦੇ ਸਾਹਮਣੇ ਵਾਰੀ-ਵਾਰੀ ਆਪ ਸੰਗਤਾਂ ਦੇ ਰੱਖਣਗੇ। ਉਦਾਸ ਵੱਲੋਂ ਕੋਈ ਭੁੱਲ ਚੁੱਕ ਲਈ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇੱਕ ਬਾਣੀ ਚੈਨਲ ਸਿੰਘਨਾਥ ਟੀਵੀ ਯੂਕੇ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਸੰਗਤਾਂ ਦੇ ਰੂਬਰੂ ਕਰਾਇਆ। ਇਹਨਾਂ ਦੇ ਅਸੀਂ ਧੰਨਵਾਦੀ ਹਾਂ। ਪੰਥਕ ਏਕਤਾ ਮੋਰਚਾ ਦੇ ਸਾਰੇ ਮੈਂਬਰ ਸਾਹਿਬਾਨ, ਅੱਜ ਅਸੀਂ ਆਪਣਾ ਜੋ ਪੰਥਕ ਏਕਤਾ ਮੋਰਚਾ ਦਾ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਉਹਦੇ ਵਿੱਚ ਜੋ ਵੀ 19 ਪੁਆਇੰਟ ਨੇ ਜੋ ਸਰਦਾਰ ਗੁਰਮੀਤ ਸਿੰਘ ਜੀ ਨੇ ਆਪ ਦੇ ਰੂਬਰੂ ਰੱਖੇ ਨੇ। ਅਸੀਂ ਜੋ ਕੈਂਡੀਡੇਟ ਦਾਸ ਸਰਦਾਰ ਜਗਪਾਲ ਸਿੰਘ ਹਲਕਾ ਗੁਰੂ ਨਾਨਕ ਨਗਰ ਕਾਂਸਟੀਚੁਐਂਸੀ ਨੰਬਰ 3 ਤੋਂ ਜੋ ਚੋਣ ਲੜ ਰਹੇ ਹਾਂ, ਮੇਰਾ ਨਿਸ਼ਾਨ ਕੰਪਿਊਟਰ ਜੋ ਸਰਕਾਰ ਵੱਲੋਂ ਦਿੱਤਾ ਗਿਆ ਹੈ। ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਜੋ ਵੀ ਮੈਨੀਫੈਸਟੋ ਜਾਰੀ ਕੀਤਾ ਹੈ ਉਹਦੇ 'ਤੇ ਵਚਨਬੱਧ ਹਾਂ। ਹੋਰ ਵੀ ਇਹਦੇ ਇਲਾਵਾ ਜੋ ਵੀ ਕੋਈ ਸਮੇਂ ਦੇ ਮੁਤਾਬਕ ਜਿਹੜੀਆਂ ਵੀ ਕੋਈ ਮੁਸ਼ਕਲਾਂ ਕੋਈ ਵੀ ਕਿਸੇ ਕਿਸਮ ਦੀ ਸਮੱਸਿਆਵਾਂ ਆਉਣਗੀਆਂ ਅਸੀਂ ਉਹਦੇ 'ਤੇ ਕੌਮ ਲਈ ਜਿੱਥੇ ਵੀ ਲੋੜ ਪਵੇ ਖੜੇ ਹਾਂ।
ਸੰਗਤਾਂ ਨੂੰ ਬੇਨਤੀ ਹੈ ਆਪਣੇ ਇਲਾਕੇ ਦੇ ਗੁਰੂ ਨਾਨਕ ਨਗਰ ਹਲਕੇ ਦੇ ਕਿ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਜਾਏ ਤਾਂ ਕਿ ਅਸੀਂ ਵੀ ਕੁਝ ਜੋ ਪਹਿਲਾਂ ਵੀ ਸੇਵਾ ਨਿਭਾਈਆਂ ਨੇ ਜੋ ਰਹਿ ਗਈਆਂ ਨੇ ਉਹ ਵੀ ਅਸੀਂ ਪੂਰੀਆਂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਅੱਜ ਅਸੀਂ ਪੰਥਕ ਏਕਤਾ ਮੋਰਚਾ ਵੱਲੋਂ ਗੁਰਦੁਆਰਾ ਚੋਣਾਂ ਵਿੱਚ ਦੇ ਸੰਬੰਧ ਵਿੱਚ ਜੋ ਚੋਣ ਮੈਨੀਫੈਸਟੋ ਜਾਰੀ ਹੋਇਆ, ਚੋਣ ਮੈਨੀਫੈਸਟੋ ਵੇਲੇ ਮੌਕੇ ਦੇ ਵੇਲੇ ਇੱਕ ਬਾਣੀ ਸਿੰਘ ਨਾਥ ਦੋਨਾਂ ਚੈਨਲਾਂ ਦਾ ਜੋ ਧਾਰਮਿਕ ਕਵਰਿੰਗ ਕਰਦੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। DGPC ਚੋਣਾਂ ਨਿਰੋਲ ਧਾਰਮਿਕ ਚੋਣਾਂ ਹੁੰਦੀਆਂ, ਇਹਦੇ ਵਿੱਚ ਸਿਆਸੀਕਰਨ ਜੋ ਹੋ ਰਿਹਾ ਉਸ ਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੋਣਾਂ ਲੜਦਿਆਂ ਅਸੀਂ DGPC ਰਾਜਨੀਤੀ ਮੁਕਤ ਗੁਰਦੁਆਰਾ ਸੁਧਾਰ ਲਹਿਰ ਇਹ ਨਾਂ ਦੇ ਕੇ ਮੈਂ ਦਰਸ਼ੋਪੁਰ ਹਲਕੇ ਤੋਂ ਚੋਣ ਲੜ ਰਿਹਾ ਔਰ ਮੈਂ ਖਾਸ ਮੁੱਦੇ ਲੈ ਕੇ ਸੰਗਤਾਂ ਦੇ ਵਿੱਚ ਵਿਚਰ ਰਿਹਾ, ਜਿਸ ਦੇ ਵਿੱਚ ਮੈਂ ਜੋ ਹੈ ਉਹ ਨਾਨਕਸ਼ਾਹੀ ਕੈਲੰਡਰ ਹੈ, ਜਿਸ ਦੇ ਆਧਾਰ 'ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ। ਭਰਵਾਂ ਹੁੰਗਾਰਾ ਜੋ ਸਾਡੀਆਂ ਸੰਗਤਾਂ ਨੇ ਜੋ ਸਮਝਦੀਆਂ ਨੇ ਕਿ ਕੌਮ ਦਾ ਇੱਕ ਵੱਖਰਾ ਕੈਲੰਡਰ ਜੋ 2003 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੋਇਆ ਸੀ, ਕਿਸੇ ਕਾਰਨ ਕਰਕੇ ਉਸ ਨੂੰ ਤਾੜ ਪੀੜੋ ਕੀਤਾ ਗਿਆ, ਉਸ ਨੂੰ ਅਸੀਂ ਫਿਰ ਲਾਗੂ ਕਰਨ ਦਾ ਪੂਰਾ ਯਤਨ ਕਰਾਂਗੇ, ਕਿਉਂਕਿ ਹਰ ਕੌਮਾਂ ਦਾ ਆਪਣਾ ਕੈਲੰਡਰ ਹੁੰਦਾ ਹੈ, ਪਰ ਬਦਕਿਸਮਤੀ ਸਿੱਖ ਕੌਮ ਦਾ ਕੈਲੰਡਰ ਪਹਿਲੀ ਵਾਰ 2003 ਤੋਂ ਲਾਗੂ ਹੋਇਆ। ਕੈਲੰਡਰ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਸਾਡੇ ਆਪਣੀਆਂ ਜਿਹੜੀਆਂ ਤਾਰੀਖਾਂ ਨੇ ਬੱਚਿਆਂ ਦੀਆਂ ਸਾਡੀਆਂ ਆਪਣੀਆਂ ਉਹ ਈਸਵੀ ਕੈਲੰਡਰ ਦੇ ਨਾਲ ਚੱਲਦੀਆਂ ਨੇ, ਜਦ ਕਿ ਗੁਰੂਆਂ ਦੇ ਗੁਰਪੁਰਬ ਅਸੀਂ ਬਿਕਰਮੀ ਕੈਲੰਡਰ ਦੇ ਨਾਲ ਜਕੜ ਕੇ ਰੱਖੇ ਹੋਏ ਨੇ। ਜਦ ਕਿ ਸਾਨੂੰ ਚਾਹੀਦਾ, ਅਗਰ ਗੁਰੂਆਂ ਦੇ ਗੁਰਪੁਰਬ ਬਿਕਰਮੀ ਕੈਲੰਡਰ ਨਾਲ ਚੱਲਦੇ ਨੇ ਤਾਂ ਸਾਨੂੰ ਵੀ ਆਪਣੀਆਂ ਜਿਹੜੀਆਂ ਡੋਮਿਸਾਈਲ ਸਰਟੀਫਿਕੇਟ ਜਾਂ ਆਧਾਰ ਕਾਰਡ ਜੋ ਵੀ ਹੈ ਉਹ ਬਿਕਰਮੀ ਕੈਲੰਡਰ ਦੇ ਨਾਲ ਆਪਣੇ ਤੇ ਆਪਣੇ ਬੱਚਿਆਂ ਦੇ ਬਣਾਉਣੇ ਚਾਹੀਦੇ ਨੇ। ਜੇ ਨਹੀਂ ਤਾਂ ਇਹ ਤਾਂ ਗੁਰੂ ਸਾਹਿਬ ਦੇ ਨਾਲ ਸਿੱਧਾ ਧੋਖਾ ਹੈ ਕਿ ਗੁਰੂ ਸਾਹਿਬ ਨੂੰ ਅਸੀਂ ਬਿਕਰਮੀ ਕੈਲੰਡਰ ਤੱਕ ਸੀਮਤ ਰੱਖਿਆ ਹੋਇਆ ਸਮੇਂ ਦੇ ਆਧਾਰ ਦੇ ਨਾਲ, ਸਮੇਂ ਦੇ ਨਾਲ, ਕਿਉਂਕਿ ਕੈਲੰਡਰ ਦਾ ਗੁਰਮਤਿ ਦੇ ਨਾਲ ਕੋਈ ਇੰਨਾ ਸੰਬੰਧ ਨਹੀਂ ਹੈ। ਕੌਮੀ ਕੈਲੰਡਰ ਹੈ, ਇਹ ਕੌਮ ਦਾ ਹੈ, ਧਰਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਕੌਮੀ ਕੈਲੰਡਰ ਹੈ, ਕੌਮੀ ਕੈਲੰਡਰ ਆਪਣਾ ਹੋਣਾ ਬੜਾ ਜ਼ਰੂਰੀ ਹੈ। ਦੂਸਰਾ, ਸਾਡੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਜੋ ਗੁਰਦੁਆਰੇ ਧਰਮ ਪ੍ਰਚਾਰ ਦੇ ਕੇਂਦਰ ਨੇ, ਪਰ ਇਹ ਗੁਰਦੁਆਰਿਆਂ ਵਿੱਚੋਂ ਧਰਮ ਪ੍ਰਚਾਰ ਜਿਹੜਾ ਅਲੋਪ ਹੋ ਚੁੱਕਿਆ। ਬਹੁਤੇ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਜਿਹੜੀ ਆ ਉਹ ਚੱਲ ਰਹੀ ਹੈ। ਬਹੁਤੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਬਿਲਕੁਲ ਬੰਦ ਹੋ ਗਿਆ। ਗੁਰਦੁਆਰਿਆਂ ਵਿੱਚੋਂ ਜਿਹੜੀ ਖੁਸ਼ਬੂ ਨਿਕਲਣੀ ਚਾਹੀਦੀ ਸੀ ਸਿੱਖ ਧਰਮ ਦੀ, ਗੁਰੂ ਨਾਨਕ ਦੀ ਫਿਲਾਸਫੀ ਦੀ, ਗੁਰੂ ਨਾਨਕ ਦੇ ਮਿਸ਼ਨ ਦੀ, ਉਹ ਨਹੀਂ ਹੋ ਰਹੀ। ਅਸੀਂ ਕੋਸ਼ਿਸ਼ ਕਰਾਂਗੇ ਕਮੇਟੀ ਬਣਨ ਦੇ ਉੱਤੇ ਅਸੀਂ ਪੂਰਾ ਗੁਰਮਤਿ ਜਿਹੜੀ ਹੈ ਲਾਗੂ ਉਹ ਕਰਾਂਗੇ। ਸਿਆਸੀਕਰਨ ਅਸੀਂ ਬਾਹਰ ਰੱਖਾਂਗੇ ਔਰ ਸਿਆਸੀਕਰਨ ਅਸੀਂ ਗੁਰਦੁਆਰਿਆਂ ਵਿੱਚ ਨਹੀਂ ਹੋਣ ਦਿਆਂਗੇ। ਇਹ ਸਾਡੀ ਕੋਸ਼ਿਸ਼ ਹੈ। ਮੈਂ ਸਮੁੱਚੀ ਸੰਗਤ ਨੂੰ ਜਿੱਥੇ ਜਿੱਥੇ ਵੀ ਗੁਰਮਤਿ ਦੇ ਧਾਰਮਿਕ ਗੁਰਸਿੱਖ ਕੈਂਡੀਡੇਟ ਖੜ੍ਹੇ ਨੇ, ਉਮੀਦਵਾਰ ਖੜ੍ਹੇ ਨੇ, ਉਹਨਾਂ ਨੂੰ ਸਮਰਥਨ ਦਿਓ। ਸੰਗਤ ਦਾ ਕੰਮ ਹੁੰਦਾ ਕਿ ਸਹੀ ਬਣਦੇ ਚੁਣ ਕੇ ਅੱਗੇ ਭੇਜਣੇ। ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਿੱਖ ਸੰਗਤਾਂ ਦੀ ਕਿ ਕਮ ਸੇ ਕਮ ਉਹ ਆਪਣੀ ਚੋਣ ਤਾਂ ਸਹੀ ਕਰਨ। ਜੇ ਸੁਚੱਜੇ ਬੰਦੇ ਭੇਜ ਕੇ ਅੱਗੇ ਭੇਜੋਗੇ ਤਾਂ ਚੰਗਾ ਪ੍ਰਬੰਧ ਹੋਏਗਾ, ਚੰਗੀ ਸੰਭਾਲ ਹੋਏਗੀ, ਗੁਰਦੁਆਰਿਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੂੰ ਉਹ ਵੀ ਸੰਭਾਲੀਆਂ ਜਾਣਗੀਆਂ। ਇਹ ਸੰਗਤ ਜਿਹੜੀ ਆ, ਮੈਂ ਬੇਨਤੀ ਕਰਦਾ, ਜਿਹੜੀ ਸੰਗਤ ਗੁਰਦੁਆਰਿਆਂ ਵਿੱਚ ਹਾਜ਼ਰੀਆਂ ਭਰਦੀ ਹੈ, ਜਿਹੜੀ ਸੰਗਤ ਪਾਠ ਕਰਦੀ ਹੈ, ਜਿਹੜੀ ਸੰਗਤ ਆਪਣੇ ਗੁਰੂ ਨਾਲ ਪ੍ਰੇਮ ਕਰਦੀ ਹੈ, ਕਮ ਸੇ ਕਮ ਜਿਹੜੇ ਸੁਚੱਜੇ ਜਿਹੜੇ ਉਮੀਦਵਾਰ ਹਨ, ਗੁਰਸਿੱਖ ਉਮੀਦਵਾਰ ਹਨ, ਉਹਨਾਂ ਨੂੰ ਤਾਂ ਕਮ ਸੇ ਕਮ ਜਿਨ੍ਹਾਂ ਦਾ ਆਪਣਾ ਆਧਾਰ ਤੋਂ ਹੋਣਾ ਚਾਹੀਦਾ, ਉਹਨਾਂ ਨੂੰ ਚੁਣ ਕੇ ਭੇਜਣਾ ਚਾਹੀਦਾ ਹੈ। ਜਿਹੜੇ ਗੁਰਮਤਿ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ, ਉਹ ਰਾਜਨੀਤੀ ਕਰਕੇ ਅੰਦਰ ਵੜੇ ਹੋਏ ਨੇ। ਮੈਂ ਬੇਨਤੀ ਕਰਾਂ ਉਹਨਾਂ ਤੋਂ ਬਚਾਓ ਕੌਮ ਨੂੰ, ਔਰ ਸੁਚੱਜੇ ਕੈਂਡੀਡੇਟ ਜਿਹੜੇ ਹਨ, ਜਿਹੜੇ ਗੁਰਮਤਿ ਦੇ ਧਾਰਨੀ ਹਨ, ਉਹਨਾਂ ਨੂੰ ਚੁਣ ਕੇ, ਇਹ ਤੁਹਾਡਾ ਫਰਜ਼ ਬਣਦਾ ਹੈ, ਵੱਡੀ ਜ਼ਿੰਮੇਵਾਰੀ ਬਣਦੀ ਹੈ ਸੰਗਤਾਂ ਦੀ। ਮੇਰੀ ਬੇਨਤੀ ਆ, ਸੰਗਤਾਂ ਪ੍ਰਵਾਨ ਕਰਨਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜੇਕਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੁਹਾਡੇ ਬੰਦੇ ਦੋਨੋਂ ਜਿੱਤ ਕੇ ਆ ਜਾਂਦੇ ਨੇ ਜਾਂ ਤੁਹਾਡੇ ਹੋਰ ਕੋਈ ਸਹਿਯੋਗੀ ਤੁਸੀਂ ਉਸ ਚੁਣ ਕੇ ਤੁਹਾਡੀ ਕਮੇਟੀ ਬਣ ਜਾਂਦੀ ਹੈ, ਕਿ ਉਸ ਵਕਤ ਜਿਹੜੀ ਚੇਅਰਮੈਨ ਦੀ ਪੋਸਟ, ਕੀ ਤੁਸੀਂ ਸਾਰੇ ਜਣੇ ਉਸ ਚੇਅਰਮੈਨ ਦੀ ਪੋਸਟ ਨੂੰ ਕਾਇਮ ਰੱਖੋਗੇ ਕਿ ਨਹੀਂ? ਪਹਿਲਾਂ ਤਾਂ ਹਰ ਡਿਸਟ੍ਰਿਕਟ ਦੇ ਵਿੱਚ
ਜਿਹੜੇ 11 ਮੈਂਬਰ ਹਨ ਉਹ ਚੁਣੇ ਜਾਣਗੇ। ਉਹਦੇ ਲਈ ਉਸ ਤੋਂ ਬਾਅਦ ਜਿਹੜਾ ਬੋਰਡ ਬਣਨਾ ਹੈ ਉਹਦੀ ਚੋਣ ਹੋਵੇਗੀ, ਪਰ ਉਹਦੇ ਲਈ ਵੀ ਇੱਕ ਮਾਪਦੰਡ ਹੋਵੇਗਾ, ਪੈਰਾਮੀਟਰ ਹੋਵੇਗਾ ਕਿ ਕਿਹੜਾ ਬੰਦਾ ਇਸ 'ਤੇ ਕਾਬਲ ਹੈ, ਕਿਉਂਕਿ ਸਮੁੱਚਾ ਪ੍ਰਬੰਧ ਜਿਹੜਾ ਸਟੇਟ ਦਾ, ਸਟੇਟ ਬੋਰਡ, ਉਹਦੇ ਵਿੱਚੋਂ ਇੱਕ ਬੰਦਾ ਚੁਣਿਆ ਜਾਣਾ। 8 ਮੈਂਬਰ ਜਿਹੜੇ ਨੇ ਸਾਡੇ ਜੰਮੂ ਡਿਵੀਜ਼ਨ ਤੋਂ ਹੋਣਗੇ, 7 ਆਦਮੀ ਜਿਹੜੇ ਨੇ 7 ਕਸ਼ਮੀਰ ਦੇ ਹੋਣਗੇ। ਉਹਨਾਂ ਨੇ ਚੇਅਰਮੈਨ ਨੂੰ ਚੁਣਨਾ ਹੁੰਦਾ ਹੈ, ਪਰ ਚੇਅਰਮੈਨ ਦੀ ਕਸਵੱਟੀ ਜਿਹੜੀ ਹੈ ਉਹ ਪਰਖ ਕੇ ਤੇ ਚੇਅਰਮੈਨ ਜਿਹੜਾ ਉਹ ਅੱਗੇ ਆਉਣਾ ਚਾਹੀਦਾ। ਚੇਅਰਮੈਨ ਅਗਰ ਗੁਰਮਤਿ ਧਾਰਨੀ ਹੋਵੇਗਾ, ਗੁਰਸਿੱਖ ਹੋਵੇਗਾ, ਉਹ ਮਾਡਲ ਹੋਵੇਗਾ, ਪੂਰੀ ਸਟੇਟ ਦਾ ਮਾਡਲ ਹੋਵੇਗਾ। ਉਹ ਮਾਡਲ ਨੇ ਅੱਗੇ ਪ੍ਰਬੰਧ ਨੂੰ ਠੀਕ ਚਲਾਉਣਾ। ਜੇ ਮਾਡਲ ਹੀ ਵਿਗੜਿਆ ਹੋਵੇਗਾ ਤਾਂ ਸਾਰਾ ਪ੍ਰਬੰਧ ਹੀ ਵਿਗੜਿਆ ਹੋਵੇਗਾ। ਚੇਅਰਮੈਨ ਦੀ ਪੋਸਟ ਜਿਹੜੀ ਹੈ ਅਜੇ ਕਿ ਇੱਕ ਪ੍ਰੈਜ਼ੀਡੈਂਟ ਹੁੰਦਾ ਜਿਹੜਾ, ਉਹ ਇੱਕ ਸਰਕਾਰੀ ਤੌਰ ਤੇ ਪੋਸਟ ਹੁੰਦੀ ਹੈ, ਪਰ ਚੇਅਰਮੈਨ ਦੀ ਪੋਸਟ ਹੀ ਨਹੀਂ ਹੈਗੀ। ਤੇ ਤੁਸੀਂ ਸਮਝਦੇ ਕਿ ਗੁਰਦੁਆਰਾ ਬੋਰਡ ਦੇ ਜੋ ਐਕਟ ਹੈ ਉਹਦੇ ਮੁਤਾਬਕ ਚੇਅਰਮੈਨ ਦੀ ਪੋਸਟ ਨਹੀਂ ਹੈ। ਇਹ ਚੇਅਰਮੈਨ ਜਿਹੜਾ ਕਿਹਾ ਜਾ ਰਿਹਾ ਇਹ ਆਪਣੇ ਕੋਲੋਂ ਹੀ ਕਿਹਾ, ਪ੍ਰੈਜ਼ੀਡੈਂਟ ਦੀ ਪੋਸਟ ਹੁੰਦੀ ਹੈ। ਜੀ ਜੀ। ਔਰ ਬੋਰਡ ਦੀ ਜਿਹੜੀ ਕੰਸਟੀਚਿਊਟ ਹੁੰਦਾ ਹੈ ਉਹ ਜਿਤਨੀਆਂ ਵੀ 10 ਡਿਸਟ੍ਰਿਕਟ ਜੰਮੂ ਪ੍ਰੋਵਿੰਸ ਦੇ ਔਰ 10 ਡਿਸਟ੍ਰਿਕਟ श्रीनगर ਪ੍ਰੋਵਿੰਸ ਦੇ ਜਿਹੜੇ ਮੈਂਬਰ ਚੁਣੇ ਆਉਂਦੇ ਨੇ, 110 ਮੈਂਬਰ ਜੰਮੂ ਪ੍ਰੋਵਿੰਸ ਦੇ ਔਰ 110 ਮੈਂਬਰ श्रीनगर ਪ੍ਰੋਵਿੰਸ ਦੇ, ਇਹ ਬੋਰਡ ਦੇ ਮੈਂਬਰਾਂ ਨੂੰ ਇਲੈਕਟ ਕਰਦੇ ਨੇ। ਜੰਮੂ ਪ੍ਰੋਵਿੰਸ ਦੇ ਮੈਂਬਰ ਜੰਮੂ ਦੀਆਂ 8 ਸੀਟਾਂ ਨੂੰ ਇਲੈਕਟ ਕਰਦੇ ਨੇ। ਕਸ਼ਮੀਰ ਦੇ ਜਿਹੜੇ 110 ਮੈਂਬਰ ਹਨ ਉਹ ਕਸ਼ਮੀਰ ਦੇ 7 ਮੈਂਬਰਾਂ ਨੂੰ ਇਲੈਕਟ ਕਰਦੇ ਨੇ। 15 ਮੈਂਬਰਾਂ ਦਾ ਬੋਰਡ ਹੁੰਦਾ ਹੈ। ਇਹ ਬੋਰਡ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਫਿਰ ਚੇਅਰਮੈਨ ਤੇ ਨਹੀਂ ਹੈ, ਪਰ ਪ੍ਰੈਜ਼ੀਡੈਂਟ ਦੀ ਜੋ ਪੋਸਟ ਹੈ ਉਸ ਦੀ ਇਲੈਕਸ਼ਨ ਹੁੰਦੀ ਹੈ। ਪ੍ਰੈਜ਼ੀਡੈਂਟ, ਸੈਕਟਰੀ, ਕੈਸ਼ੀਅਰ, ਇਹ ਫਿਰ ਦੁਬਾਰਾ ਉਹ ਮੈਂਬਰ ਜਿਹੜੇ 15 ਜਿੱਤ ਕੇ ਆਉਂਦੇ ਨੇ ਬੋਰਡ ਦੇ ਮੈਂਬਰ, ਉਹਨਾਂ ਦੇ ਵਿੱਚੋਂ ਇਹ ਬਣਾਇਆ ਜਾਂਦਾ ਹੈ ਪ੍ਰੈਜ਼ੀਡੈਂਟ। ਇਹ ਚੇਅਰਮੈਨ ਦੀ ਪੋਸਟ ਹੈ, ਇੱਕ ਐਵੇਂ ਬਣਾਈ ਹੋਈ ਪੋਸਟ ਹੈ, ਅਦਰਵਾਈਜ਼ ਲੀਗਲੀ ਕੋਈ ਚੇਅਰਮੈਨ ਦੀ ਪੋਸਟ ਨਹੀਂ, ਪ੍ਰੈਜ਼ੀਡੈਂਟ ਦੀ ਪੋਸਟ ਹੈ। ਤੇ ਮੈਂ ਆਪਣੀ ਜਥੇਬੰਦੀ ਤਰਫੋਂ ਜਾਂ ਸਹਿਯੋਗੀ ਸਾਡੀਆਂ ਜਿਹੜੀਆਂ ਵੀ ਜਥੇਬੰਦੀਆਂ ਨੇ ਪੰਥਕ ਏਕਤਾ ਮੋਰਚੇ ਦੇ ਨਾਲ, ਉਹਨਾਂ ਸਾਰਿਆਂ ਦੀ ਤਰਫੋਂ ਸਿੰਘਨਾਥ ਟੀਵੀ ਚੈਨਲ ਯੂਕੇ ਵਾਲਿਆਂ ਦਾ ਅਤੇ ਇੱਕ ਬਾਣੀ ਚੈਨਲ ਜੰਮੂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡਾ ਜੋ ਮੈਨੀਫੈਸਟੋ ਅਸੀਂ ਰਿਲੀਜ਼ ਕੀਤਾ ਹੈ ਇਹਦੀ ਕਵਰੇਜ ਕੀਤੀ ਹੈ ਔਰ ਮੀਡੀਆ ਰਾਹੀਂ ਇਹ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਮੈਂ ਸਾਰੀ ਜਥੇਬੰਦੀ ਦੇ ਬਿਹਾਫ ਤੇ ਆਪ ਸਾਰਿਆਂ ਦਾ, ਆਪ ਦੋਨੋਂ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ